ਵਾਹਿਗੁਰੂ ਸਾਹਿਬ ਜੀਓ। ਮੇਰ ਕਰੋ ਤ੍ਰਣ ਤੇ ਮੋਹਿ ਜਾਹੇ। ਗਰੀਬ ਨਿਵਾਜ ਨਾ ਦੂਸਰ ਤੋ ਸੋ। ਭੂਲ ਸਿਮੋ ਹਮਾਰੀ ਪ੍ਰਭ ਆਪ। ਨਾ ਭੂਲਣ ਹਾਰ ਕਉ ਕੋ ਮੋਸੋ। सेव करी तुमरी तन के। सभी गृह देखियत दरब परोसो। या कल में सब काल किरपान की। पारी पूजान को पारी परोसो। सगल द्वार को छाड़ के गहियो तुहारो द्वार। बाहें गहे की लाज यस गोबिंद दास तुहार। कहाँ बुद्ध प्रभ तुष हमारी। वर्ण सकै महिमा जो तिहारी। हम ना सकत कर सिफत तुम्हारी। आप लेहो तुम कथा सुधारी। मूक उचर शास्त्र खट। पिंग गिरन चढ़ जाए। अंध लख बदरो सुन। जो काल कृपा कराए। अंध लख बदरो सुन। जो काल कृपा कराए। सतनाम श्री वाहिगुरु साहिब जीओ। सलोक महला तीजा। कागो होए ना उजला। लोहे नाव ना पार। पिरम पदार्थ मान लै धन सवारण हार। हुक्म पछाणै उजला। सिर काष्ट लोहा पार। तृष्णा छोड़ै भै वसै। नानक करणी सार। सलोक महला तीजा। कागो होए ना उजला। लोहे नाव ना पार। वाहिगुरु जी का खालसा वाहिगुरु जी की फतेह।
ਪਰਮ ਸਨਮਾਨਯੋਗ ਗੁਰੂ ਖਾਲਸਾ ਸਤ ਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ। ਸਤ ਸੰਗਤ ਦੀਆਂ ਘੜੀਆਂ ਗੁਰੂ ਚਰਨਾਂ ਦੇ ਵਿੱਚ ਜੁੜ ਬੈਠਣ ਦਾ ਸੁਭਾਗ ਸਾਨੂੰ ਪ੍ਰਾਪਤ ਹੋ ਰਿਹਾ ਹੈ। ਆਪ ਸੰਗਤਾਂ ਨੇ ਇਲਾਹੀ ਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਹੁਣ ਆਪ ਸੰਗਤਾਂ ਪਾਵਨ ਗੁਰਬਾਣੀ ਦੀ ਕਥਾ ਵਿਚਾਰ ਸਰਵਣ ਕਰ ਰਹੇ ਹੋ। ਸਤਿਗੁਰੂ ਦਾ ਹੁਕਮ ਹੈ, ਬਾਣੀ ਬਿਰਲੋ ਵਿਚਾਰ ਸੀ, ਜੇ ਕੋ ਗੁਰਮੁਖ ਹੋਏ, ਇਹ ਬਾਣੀ ਮਹਾਂਪੁਰਖ ਕੀ, ਨਿਜ ਘਰ ਵਾਸਾ ਹੋਏ। ਬਾਣੀ ਦੀ ਵਿਚਾਰ ਕਰਨੀ ਇੰਨਾ ਸੌਖਾ ਕੰਮ ਨਹੀਂ ਹੈ। ਕਿਉਂ? ਗੁਰਬਾਣੀ ਦੀ ਵਿਚਾਰ ਕਰਨ ਤੋਂ ਪਹਿਲਾਂ ਗੁਰਬਾਣੀ 'ਤੇ ਅਮਲ ਕਰਨਾ ਅਤੀ ਜ਼ਰੂਰੀ ਹੈ। ਇਲਮ ਬਾ ਅਮਲ, ਅਮਲ ਤੋਂ ਬਿਨਾਂ ਇਲਮ ਅਧੂਰੀ ਹੁੰਦੀ ਹੈ। ਬਾਣੀ ਦੀ ਵਿਚਾਰ ਕਰਨ ਤੋਂ ਪਹਿਲਾਂ ਸਾਨੂੰ ਗੁਰਮੁਖ ਬਣਨਾ ਪਵੇਗਾ। ਜਦੋਂ ਕੋਈ ਗੁਰਮੁਖ ਬਣ ਜਾਵੇ, ਗੁਰਮੁਖ ਕੌਣ ਹੁੰਦਾ ਹੈ? ਜਿਹੜਾ ਗੁਰਬਾਣੀ 'ਤੇ ਅਮਲ ਕਰਦਾ ਹੈ, ਗੁਰਬਾਣੀ ਦੀ ਸਿੱਖਿਆ ਨੂੰ ਜੀਵਨ ਦੇ ਵਿੱਚ ਕਮਾਉਂਦਾ ਹੈ, ਹੰਡਾਉਂਦਾ ਹੈ, ਧਾਰਨ ਕਰਦਾ ਹੈ, ਉਹਨੂੰ ਗੁਰਮੁਖ ਕਹਿੰਦੇ ਨੇ। ਜਦੋਂ ਕੋਈ ਗੁਰਮੁਖ ਬਣ ਜਾਵੇ, ਫਿਰ ਉਹ ਗੁਰਬਾਣੀ ਦੀ ਸਹੀ ਵਿਚਾਰ ਕਰ ਸਕਦਾ ਹੈ। ਸਿੱਖੀ ਆਚਾਰ ਤੋਂ ਬਿਨਾਂ ਸਿੱਖੀ ਦਾ ਪ੍ਰਚਾਰ ਵੀ ਅਧੂਰਾ ਹੁੰਦਾ ਹੈ। ਪਹਿਲੋਂ ਦੀ ਜੜ ਅੰਦਰ ਜੰਮੈ, ਤਾਂ ਉੱਪਰ ਹੋਵੇ ਛਾਉ। ਹਰ ਬਿਰਛ ਦੀ ਜੜ ਧਰਤੀ ਵਿੱਚ ਪੈਦਾ ਹੁੰਦੀ ਹੈ। ਜਿਸ ਬਿਰਛ ਦੀ ਜੜ ਧਰਤੀ ਵਿੱਚ ਨਾ ਪੈਦਾ ਹੋਵੇ, ਉਹ ਬਿਰਛ ਵੀ ਵੱਧ ਫੁੱਲ ਨਹੀਂ ਸਕਦਾ। ਇਸੇ ਵਾਸਤੇ ਸਤਿਗੁਰੂ ਨੇ ਫਰਮਾਇਆ, ਬਾਣੀ ਬਿਰਲੋ ਵਿਚਾਰ ਸੀ। ਗੁਰਬਾਣੀ ਦੀ ਵਿਚਾਰ ਕੋਈ ਵਿਰਲਾ ਹੀ ਕਰ ਸਕਦਾ ਹੈ। ਕਿਉਂ? ਪਹਿਲਾਂ ਗੁਰਮੁਖ ਬਣਨਾ ਪੈਣਾ। ਗੁਰਮੁਖ ਬਣੇ ਤੋਂ ਬਿਨਾਂ ਗੁਰਬਾਣੀ ਦੀ ਵਿਚਾਰ ਅਧੂਰੀ ਰਹਿ ਜਾਂਦੀ ਹੈ। ਗੁਰਬਾਣੀ ਵਿੱਚ ਕਹਿਣੀ ਨਾਲੋਂ ਕਰਨੀ ਪ੍ਰਧਾਨ ਮੰਨੀ ਗਈ ਹੈ। ਦੁਨੀਆ ਵਿੱਚ ਪ੍ਰਚਾਰਕ ਤਾਂ ਮਿਲ ਜਾਣਗੇ, ਪਰ ਗੁਰਮੁਖ ਬੰਦੇ, ਅਮਲੀ ਜੀਵਨ ਵਾਲੇ ਬੰਦੇ ਵਿਰਲੇ ਮਿਲਣਗੇ। ਜਗ ਮੈਂ ਉਤਮ ਕਾਢੀਆ ਹੈ, ਵਿਰਲੇ ਕੇਈ ਕੇ। ਜਿਨ੍ਹਾਂ 'ਤੇ ਸਤਿਗੁਰੂ ਦੀ ਕਿਰਪਾ ਹੁੰਦੀ ਹੈ, ਉਹ ਗੁਰਬਾਣੀ ਦੇ ਅਨੁਸਾਰ ਆਪਣੇ ਜੀਵਨ ਨੂੰ ਢਾਲਦੇ ਹਨ, ਅਤੇ ਫਿਰ ਉਹਨਾਂ ਨੂੰ ਗੁਰਮੁਖ ਪਦਵੀ ਪ੍ਰਾਪਤ ਹੁੰਦੀ ਹੈ, ਅਤੇ ਗੁਰਮੁਖ ਬਣ ਕੇ ਹੀ ਗੁਰਬਾਣੀ ਦੀ ਵਿਚਾਰ ਹੁੰਦੀ ਹੈ। ਇਸੇ ਲਈ ਬਾਣੀ ਦੀ ਵਿਚਾਰ, ਸਹੀ ਅਰਥਾਂ ਵਿੱਚ ਵਿਚਾਰ ਹਰ ਕੋਈ ਨਹੀਂ ਕਰ ਸਕਦਾ।
ਜਿਸ ਉੱਤੇ ਗੁਰੂ ਦੀ ਮਿਹਰ ਹੋਵੇ, ਸਿੱਖੀ ਦਾ ਆਚਾਰ ਜਿਸ ਨੇ ਧਾਰਨ ਕੀਤਾ ਹੋਵੇ, ਉਹੀ ਗੁਰਬਾਣੀ ਦੀ ਸਹੀ ਵਿਚਾਰ ਕਰਨ ਦੇ ਯੋਗ ਹੁੰਦਾ ਹੈ। ਕਲਗੀਧਰ ਪਾਤਸ਼ਾਹ ਹੱਕ ਹੱਕ ਆਦੇਸ਼ ਗੁਰੂ ਗੋਬਿੰਦ ਸਿੰਘ, ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ, ਸਾਬੋ ਕੀ ਤਲਵੰਡੀ ਤਖਤ ਸ੍ਰੀ ਦਮਦਮਾ ਸਾਹਿਬ ਗੁਰੂ ਕਾਂਸ਼ੀ ਵਿਖੇ ਜਦੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰ ਰਹੇ ਸਨ, ਤਾਂ ਉਸ ਵੇਲੇ ਆਪਣੇ ਅਨੁਭਵ ਦੁਆਰਾ ਸੰਪੂਰਨ ਬਾਣੀ ਇੱਕ ਓਂਕਾਰ ਤੋਂ ਲੈ ਕੇ 18 10 20 ਤੱਕ ਆਪਣੇ ਅਨੁਭਵ ਦੁਆਰਾ ਕੰਠੋਂ ਉਚਾਰਨ ਕੀਤੀ। ਇੱਥੇ ਹੀ ਬਸ ਨਹੀਂ, ਸਿੰਘਾਂ ਦੇ ਬੇਨਤੀ ਕਰਨ ਤੋਂ ਫਿਰ ਸੰਪੂਰਨ ਬਾਣੀ ਦੇ ਅਰਥ ਵੀ ਪੜ੍ਹਾਏ। ਭਾਵੇਂ ਉਸ ਬਾਣੀ ਦੇ ਅਰਥਾਂ ਨੂੰ ਬੇਸ਼ੁਮਾਰ ਸੰਗਤਾਂ ਨੇ ਸੁਣਿਆ, ਪਰ ਉਹਨਾਂ ਵਿੱਚੋਂ 48 ਉਹ ਸਿੰਘ ਸਨ ਜਿਨ੍ਹਾਂ ਨੇ ਗੁਰਬਾਣੀ ਨੂੰ ਸੁਣਿਆ ਹੀ ਨਹੀਂ ਤੇ ਉਸ ਨੂੰ ਆਪਣੇ ਮਨ ਵਿੱਚ ਵਸਾਇਆ। ਸੋ ਪ੍ਰਵਾਨ ਜਿਸ ਹਿਰਦੈ ਵਸਾਈ। ਬਾਣੀ ਪੜ੍ਹਦੇ ਸੁਣਦੇ ਆਪਾਂ ਸਾਰੇ ਹੀ ਹਾਂ, ਪਰ ਜਦੋਂ ਮਨ ਵਿੱਚ ਵਸ ਜਾਵੇ ਤੇ ਗੱਲ ਉਦੋਂ ਬਣਦੀ ਹੈ। ਕੋਈ ਗਾਵੇ ਕੋ ਸੁਣੈ, ਕੋਈ ਕਰੈ ਵਿਚਾਰ, ਕੋ ਉਪਦੇਸ਼ੈ ਕੋ ਦ੍ਰਿੜੈ, ਤਿਸ ਕਾ ਹੋਏ ਉਧਾਰ। ਕੋਈ ਗੁਰਬਾਣੀ ਨੂੰ ਗਾਉਂਦਾ ਹੈ, ਕੋਈ ਬੈਠ ਕੇ ਸੁਣਦਾ ਹੈ, ਕੋਈ ਗੁਰਬਾਣੀ ਦੀ ਵਿਚਾਰ ਕਰਦਾ ਹੈ, ਕੋਈ ਗੁਰਬਾਣੀ ਦੇ ਉਪਦੇਸ਼ ਨੂੰ ਦ੍ਰਿੜ ਕਰਦਾ ਹੈ। ਪਰ ਜਿਹੜਾ ਮਨੁੱਖ ਪੜ੍ਹਨ ਸੁਣਨ ਤੇ ਵਿਚਾਰਨ ਦੇ ਸਮੇਂ, ਉਪਦੇਸ਼ ਦੇਣ ਦੇ ਸਮੇਂ ਆਪਣੇ ਮਨ ਵਿੱਚ ਉਸ ਨੂੰ ਵਸਾ ਲੈਂਦਾ ਹੈ। ਦ੍ਰਿੜ੍ਹ ਤੋਂ ਭਾਵ ਹੁੰਦਾ ਮਨ ਵਿੱਚ ਵਸਾ ਲੈਣਾ, ਪੱਕਾ ਕਰ ਲੈਣਾ, ਉਧਾਰ ਉਸ ਦਾ ਹੁੰਦਾ ਹੈ। ਅਸੀਂ ਗੁਰਬਾਣੀ ਪੜ੍ਹਦੇ ਸੁਣਦੇ ਜ਼ਰੂਰ ਹਾਂ, ਪਰ ਗੁਰਬਾਣੀ ਜਿੰਨਾ ਚਿਰ ਮਨ ਵਿੱਚ ਨਹੀਂ ਵਸਦੀ, ਉਨਾ ਚਿਰ ਉਹਦਾ ਅਮਲ ਨਹੀਂ ਸਾਨੂੰ ਪ੍ਰਾਪਤ ਹੋ ਸਕਦਾ। ਇਸੇ ਵਾਸਤੇ ਹਜ਼ੂਰ ਫਰਮਾਉਂਦੇ ਨੇ, ਇਹ ਬਾਣੀ ਮਹਾਂਪੁਰਖ ਕੀ। ਇਹ ਬਾਣੀ ਕਿਸੇ ਮਨੁੱਖ ਦੀ ਕਿਰਤ ਨਹੀਂ ਹੈ, ਇਹ ਗੁਰੂ ਕਿਰਤ ਹੈ। ਇਸੇ ਵਾਸਤੇ ਇਹ ਬਾਣੀ ਮਹਾਂਪੁਰਖ ਇੱਥੇ ਅਕਾਲ ਪੁਰਖ ਨੂੰ ਆਖਿਆ। ਮੈਂ ਹੂੰ ਪਰਮ ਪੁਰਖ ਕੋ ਦੱਸਾਂ। ਪਰਮ ਪੁਰਖ ਤੇ ਮਹਾਂਪੁਰਖ ਦੋਨੋਂ ਪਰਿਆਇਵਾਚਕ ਸ਼ਬਦ ਹਨ। ਕਲਗੀਧਰ ਪਾਤਸ਼ਾਹ ਉਸ ਅਕਾਲ ਪੁਰਖ ਨੂੰ ਪਰਮ ਪੁਰਖ ਤੇ ਗੁਰੂ ਨਾਨਕ ਸਾਹਿਬ ਮਹਾਂਪੁਰਖ ਆਖਦੇ ਨੇ। ਜਦੋਂ ਵੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਅੰਮ੍ਰਿਤ ਬਾਣੀ ਉਚਾਰਨ ਕਰਦੇ, ਉਸ ਵੇਲੇ ਇਹ ਸ਼ਬਦ ਮੁਖ ਤੋਂ ਉਚਾਰਨ ਕਰਦੇ ਸਨ। ਭਾਈ ਮਰਦਾਨਿਆਂ, ਬਾਣੀ ਆਈ ਹੈ, ਰਬਾਬ ਛੇੜ। ਭਾਈ ਮਰਦਾਨਾ ਰਬਾਬ ਵਜਾਉਣ ਲੱਗ ਜਾਂਦਾ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਅੰਮ੍ਰਿਤ ਬਾਣੀ ਉਚਾਰਨ ਕਰਨ ਲੱਗ ਜਾਂਦੇ।
ਕਦੇ ਵੀ ਸਤਿਗੁਰੂ ਨੇ ਇਸ ਗੱਲ ਦਾ ਦਾਅਵਾ ਨਹੀਂ ਕੀਤਾ ਕਿ ਇਹ ਬਾਣੀ ਮੇਰੀ ਹੈ। ਕੀ ਆਖਦੇ ਸਨ? ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਇਹ ਬਾਣੀ ਮੇਰੀ ਨਹੀਂ, ਮੇਰੀ ਬੁੱਧੀ ਅਕਲ ਦਿਮਾਗ ਵਿੱਚੋਂ ਨਿਕਲੀ ਬਾਣੀ ਮਨੁੱਖ ਦੀ ਹੁੰਦੀ ਹੈ। ਪਰ ਇਹ ਬਾਣੀ ਅਨੁਭਵ ਦੁਆਰਾ ਉਤਰਦੀ ਸੀ। ਇਸੇ ਲਈ ਹਜ਼ੂਰ ਕਹਿੰਦੇ ਬਾਣੀ ਮੇਰੀ ਨਹੀਂ, ਭਾਵ ਮਨੁੱਖੀ ਕਿਰਤ ਨਹੀਂ, ਇਹ ਰੱਬੀ ਬਾਣੀ ਹੈ, ਇਹ ਖਸਮ ਦੀ ਬਾਣੀ ਹੈ। ਬੋਲਾਇਆ ਬੋਲੀ ਤੀਰਾ, ਪ੍ਰਭ ਸਾਹਿਬ ਗੁਣੀ ਗਹੀਰਾ। ਹਉ ਆਪਹੁ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮਾਓ ਜੀਓ। ਮੈਂ ਨਹੀਂ ਕੁਝ ਵੀ ਬੋਲ ਸਕਦਾ, ਜਿਵੇਂ ਵਾਹਿਗੁਰੂ ਮੈਨੂੰ ਬੁਲਾਉਂਦਾ ਮੈਂ ਉਵੇਂ ਹੀ ਬੋਲ ਰਿਹਾ ਹਾਂ। ਇਸੇ ਲਈ ਇਸ ਬਾਣੀ ਨੂੰ ਧੁਰ ਕੀ ਬਾਣੀ ਸਾਨੂੰ ਸਮਝਣਾ ਚਾਹੀਦਾ। ਜੇ ਬਾਣੀ ਧੁਰ ਕੀ ਬਾਣੀ ਹੈ ਤੇ ਫਿਰ ਇਸ ਬਾਣੀ ਤੇ ਮਨੁੱਖ ਆਪਣੀ ਬੁੱਧੀ ਦੇ ਅਨੁਸਾਰ ਕੋਈ ਨਿਯਮ ਵੀ ਨਹੀਂ ਠੋਸ ਸਕਦਾ। ਕੁਝ ਐਸੇ ਵੀ ਦੁਨੀਆ ਵਿੱਚ ਲੋਕ ਨੇ ਜਿਹੜੇ ਗੁਰਬਾਣੀ ਦੇ ਮੂਲ ਰੂਪ ਦੇ ਨਾਲ ਵੀ ਛੇੜਛਾੜ ਕਰਨ ਲੱਗ ਪਏ ਨੇ। ਲਗਾ ਮਾਤਰਾ ਅੱਖਰਾਂ ਨੂੰ ਬਦਲ ਕੇ ਤੁਹਾਡੇ ਅਮਰੀਕਾ ਦੇ ਵਿੱਚ ਹੀ ਕੋਈ ਐਸਾ ਸ਼ਖਸ ਹੈ ਜਿਸ ਨੇ ਚਾਈਨਾ ਤੋਂ ਗੁਰੂ ਮਹਾਰਾਜ ਦੇ ਸਰੂਪ ਗਲਤ ਰੂਪ ਦੇ ਵਿੱਚ ਪਵਾ ਕੇ ਗੁਰੂ ਘਰਾਂ ਦੇ ਵਿੱਚ ਸੰਗਤਾਂ ਵਿੱਚ ਵੰਡਣੇ ਸ਼ੁਰੂ ਕੀਤੇ ਹੋਏ ਸਨ। ਇਹ ਜੇ ਧੁਰ ਕੀ ਬਾਣੀ ਹੈ, ਫਿਰ ਇਹਦੇ ਉੱਤੇ ਕਿਸੇ ਮਨੁੱਖ ਨੂੰ ਟੀਕਾ ਟਿੱਪਣੀ ਕਰਨ ਦਾ, ਅਦਲਾ ਬਦਲੀ ਕਰਨ ਦਾ ਕੋਈ ਅਧਿਕਾਰ ਹੀ ਨਹੀਂ ਹੈ। ਅਤੇ ਜਿਹੜਾ ਕਰਦਾ ਫਿਰ ਉਹ ਗੁਰੂ ਦਾ ਸਿੱਖ ਨਹੀਂ ਅਖਵਾ ਸਕਦਾ। ਜਿਹੜਾ ਗੁਰੂ 'ਤੇ ਉਂਗਲ ਚੁੱਕੇ ਉਹ ਕਾਹਦਾ ਸਿੱਖ ਹੈ? ਜਿਹੜਾ ਗੁਰੂ ਨੂੰ ਗਲਤ ਆਖੇ, ਕਹਿੰਦੇ ਜੀ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਸੁਧਾਈ ਕਰਦੇ ਹਾਂ, ਉਹ ਭਲਿਓ ਲੋਕੋ, ਸੁਧਾਈ ਤੁਸੀਂ ਆਪਣੇ ਜੀਵਨ ਦੀ ਕਰ ਲਵੋ, ਗੁਰੂ ਦੀ ਸੁਧਾਈ ਤੁਸੀਂ ਕਿਵੇਂ ਕਰ ਸਕਦੇ ਹੋ? ਕਿੰਨੀ ਹੋਸ਼ੀ ਸੋਚ ਹੈ, ਕਿੰਨੀ ਇਹ ਕਮੀਨਗੀ ਹੈ। ਆਪਣੇ ਬੁੱਧੀ ਦੇ ਤਲ ਦੇ ਉੱਤੇ ਗੁਰਬਾਣੀ ਨੂੰ ਬਦਲਣਾ ਇਹ ਇੱਕ ਬਹੁਤ ਵੱਡੀ ਮਨਮਤ ਹੈ। ਜੇ ਆਪਾਂ ਇਹ ਸਮਝਦੇ ਹਾਂ ਵੀ ਇਹ ਧੁਰ ਕੀ ਬਾਣੀ ਆਈ ਤਨ ਸਗਲੀ ਚਿੰਤ ਮਿਟਾਈ, ਫਿਰ ਇਸ ਬਾਣੀ ਨੂੰ ਆਪਣੀ ਮਤ ਅਨੁਸਾਰ ਬਦਲਣਾ ਇਹ ਕਿਸੇ ਬੇਸਮਝ ਅਤੇ ਦੁਸ਼ਟ ਆਦਮੀ ਦਾ ਹੀ ਕੰਮ ਹੋ ਸਕਦਾ, ਗੁਰੂ ਦਾ ਸਿੱਖ ਨਹੀਂ ਕਰ ਸਕਦਾ। ਇਸੇ ਲਈ ਇਹਨਾਂ ਗੱਲਾਂ ਦੀ ਵੀ ਸਾਨੂੰ ਜ਼ਰੂਰ ਵਿਚਾਰ ਕਰਨੀ ਚਾਹੀਦੀ ਹੈ। ਜੇ ਕੋਈ ਅਜਿਹਾ ਕਰਦਾ ਹੈ, ਉਹਦਾ ਵਿਰੋਧ ਕਰਨਾ ਚਾਹੀਦਾ, ਉਹਨੂੰ ਤੁਰੰਤ ਰੋਕਣਾ ਚਾਹੀਦਾ। ਹੁਣ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਬਾਣੀ ਮਹਾਂਪੁਰਖ ਅਕਾਲ ਪੁਰਖ ਦੀ ਬਾਣੀ ਹੈ। ਜੇ ਅਕਾਲ ਪੁਰਖ ਦੀ ਬਾਣੀ ਤੁਸੀਂ ਉਹਦੇ ਨਾਲੋਂ ਵੱਡੇ ਹੋ ਗਏ ਵੀ ਤੁਸੀਂ ਉਸ ਬਾਣੀ ਨੂੰ ਆਪਣੀ ਮਰਜ਼ੀ ਨਾਲ ਬਦਲਣਾ ਸ਼ੁਰੂ ਕਰ ਦਿੱਤਾ, ਕਿੱਡੀ ਵੱਡੀ ਗੱਲ ਹੈ ਵੀ ਕੋਈ ਪੁੱਤਰ ਆਪਣੇ ਪਿਤਾ 'ਤੇ ਹੁਕਮ ਚਲਾਵੇ। ਇਹ ਕੋਈ ਸਿਆਣਪ ਵਾਲੀ ਗੱਲ ਨਹੀਂ ਹੁੰਦੀ। ਇਹ ਬਾਣੀ ਅਕਾਲ ਪੁਰਖ ਦੀ ਹੈ ਅਤੇ ਜਿਹੜਾ ਇਸ ਬਾਣੀ ਨਾਲ ਜੁੜੇਗਾ, ਨਿਜ ਘਰ ਵਾਸਾ ਹੋਏ, ਉਹਦਾ ਆਪਣੇ ਅਸਲੀ ਘਰ ਦੇ ਵਿੱਚ, ਅਸਲੀ ਘਰ ਕਿਹੜਾ ਹੈ?
ਇੱਕ ਤਾਂ ਵੀ ਦੁਨਿਆਵੀ ਘਰ ਨੇ ਸਾਡੇ, ਜਿਨ੍ਹਾਂ ਵਿੱਚ ਸਾਡਾ ਪਰਿਵਾਰ ਰਹਿੰਦਾ, ਅਸੀਂ ਵੀ ਰਹਿੰਦੇ ਹਾਂ, ਪਰ ਇਹ ਕੋਈ ਅਸਲੀ ਘਰ ਨਹੀਂ ਹਨ। ਸਤਿਗੁਰੂ ਦੀ ਬਾਣੀ ਇਹ ਗੱਲ ਕਹਿੰਦੀ ਹੈ, ਜੋ ਘਰ ਛੱਡ ਗਵਾਵਣਾ, ਸੋ ਲੱਗਾ ਮਨ ਮਾਹੇ, ਜਿੱਥੈ ਜਾਏ ਤੁਧ ਵਰਤਣਾ, ਤਿਸਕੀ ਚਿੰਤਾ ਨਾ ਹੈ। ਉਹ ਭਲਿਓ ਲੋਕੋ, ਅਸਲੀ ਘਰ ਕੋਈ ਹੋਰ ਹੈ, ਉਹ ਦੁਨੀਆ ਤੋਂ ਬੜੀ ਦੂਰ ਹੈ। ਉਸ ਘਰ ਦੀ ਸਾਨੂੰ ਤਲਾਸ਼ ਕਰਨੀ ਚਾਹੀਦੀ ਹੈ, ਉਹਦੀ ਪ੍ਰਾਪਤੀ ਲਈ ਯਤਨ ਵੀ ਕਰਨਾ ਚਾਹੀਦਾ। ਉਹ ਕਿਹੋ ਜਿਹਾ ਘਰ ਹੈ? ਹਰਖ ਅਨੰਤ ਸੋਗ ਨਹੀਂ ਬੀਆ, ਸੋ ਘਰ ਗੁਰੂ ਨਾਨਕ ਹੁੰਦੀ ਹੈ। ਉਹ ਅਸਲੀ ਘਰ ਉਹ ਹੈ। ਲੱਡਾ ਡੇਰਾ ਇਹ ਨਹੀਂ, ਜਹ ਡੇਰਾ ਤਹ ਜਾਨ। ਉਹ ਡੇਰਾ ਕਾ ਸੰਜਮ, ਗੁਰ ਕਾ ਸ਼ਬਦ ਪਛਾਣ। ਉਸ ਅਸਲੀ ਘਰ ਦੀ ਪ੍ਰਾਪਤੀ ਬਾਣੀ ਨਾਲ ਜੁੜ ਕੇ ਹੁੰਦੀ, ਕਿਉਂਕਿ ਬਾਣੀ ਧੁਰ ਦਰਗਾਹ ਤੋਂ ਆਈ ਹੈ। ਜਿਵੇਂ ਇੱਕ ਪਾਣੀ ਦੀ ਧਾਰਾ ਸਾਨੂੰ ਉਸ ਪਾਣੀ ਦੇ ਸਰੋਤ ਨਾਲ ਜੋੜ ਦਿੰਦੀ ਹੈ, ਸੂਰਜ ਦੀ ਇੱਕ ਕਿਰਨ ਸੂਰਜ ਦੇ ਨਾਲ ਜੋੜ ਦਿੰਦੀ ਹੈ, ਇਸੇ ਤਰ੍ਹਾਂ ਗੁਰੂ ਦੀ ਬਾਣੀ ਸਾਨੂੰ ਪਰਮੇਸ਼ਰ ਦੇ ਨਾਲ ਜੋੜਦੀ ਹੈ, ਰੱਬ ਦੇ ਨਾਲ ਜੋੜਦੀ ਹੈ। ਇਸ ਲਈ ਭਾਈ, ਇਸ ਬਾਣੀ ਨਾਲ ਜੁੜਨਾ ਹਰ ਸਿੱਖ ਦਾ ਅਧਿਕਾਰ ਵੀ ਹੈ ਅਤੇ ਫਰਜ਼ ਵੀ ਹੈ। ਆਇਓ ਸੁਣਨ ਪੜ੍ਹਨ ਕੋ ਬਾਣੀ। ਸਤਿਗੁਰੂ ਕਹਿੰਦੇ ਬੰਦਾ ਆਏ ਇਸ ਕੰਮ ਲਈ ਹੈ, ਗੁਰਬਾਣੀ ਪੜ੍ਹੇ ਜਾਂ ਉਸ ਨੂੰ ਸੁਣੇ। ਇਸ ਤੋਂ ਬਿਨਾਂ ਦੂਜੀ ਗੱਲ ਕੋਈ ਹੈ ਹੀ ਨਹੀਂ। ਪ੍ਰਭ ਬਾਣੀ ਸ਼ਬਦ ਸੁਭਾਖਿਆ, ਗਾਵਹੁ ਸੁਣਹੁ ਪੜ੍ਹਹੁ ਨਿਤ ਭਾਈ, ਗੁਰ ਪੂਰੈ ਤੂੰ ਰਾਖਿਆ। ਗੁਰਬਾਣੀ ਨਾਲ ਜੁੜਨ ਦੇ ਤਰੀਕੇ ਨੇ, ਗੁਰਬਾਣੀ ਦਾ ਕੀਰਤਨ, ਗੁਰਬਾਣੀ ਦਾ ਪਾਠ, ਗੁਰਬਾਣੀ ਨੂੰ ਸੁਣਨਾ, ਗੁਰਬਾਣੀ ਦੀ ਵਿਚਾਰ, ਗੁਰਬਾਣੀ ਦੇ ਉਪਦੇਸ਼ ਨੂੰ ਸਮਝਣਾ ਅਤੇ ਸਮਝਾਉਣਾ। ਅਤੇ ਜਦੋਂ ਅਸੀਂ ਇਸ ਪਾਸੇ ਜੁੜਦੇ ਹਾਂ, ਫਿਰ ਗੁਰੂ ਦੀ ਕਿਰਪਾ ਦੇ ਨਾਲ ਬਾਣੀ ਸਾਡੇ ਅੰਦਰ ਵਸ ਜਾਂਦੀ ਹੈ। ਜਦੋਂ ਅੰਦਰ ਵਸ ਗਈ ਅਤੇ ਫਿਰ ਸਾਡੇ ਜੀਵਨ ਦੀ ਸਫਲਤਾ ਹੋ ਜਾਂਦੀ ਹੈ। ਆਪ ਸੰਗਤਾਂ ਨੇ ਗੁਰਬਾਣੀ ਦੀ ਕਥਾ ਸਰਵਣ ਕਰਨੀ ਹੈ। ਮਾਰੂ ਰਾਗ ਦੀ ਪਹਿਲੀ ਵਾਰ ਹੈ। ਇਹ ਜਿਹੜੀ ਵਾਰ ਹੈ, ਤੀਜੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਦੀ ਹੈ। ਪਹਿਲੇ ਪਹਿਲ ਵਾਰਾਂ ਦੇ ਵਿੱਚ ਕੇਵਲ ਪੌੜੀਆਂ ਹੀ ਹੁੰਦੀਆਂ ਸਨ। ਪੌੜੀ ਛੰਦ ਦਾ ਨਾਮ ਹੈ। ਪਰ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਨੇ ਗੁਰਦੁਆਰਾ ਰਾਮਸਰ ਸਾਹਿਬ ਵਿਖੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਆਦਿ ਬੀੜ ਦੀ, ਆਦਿ ਤੋਂ ਭਾਵ ਸਭ ਤੋਂ ਪ੍ਰਥਮ ਪਹਿਲੀ ਬੀੜ, ਆਦਿ ਬੀੜ ਦੀ ਸੰਪਾਦਨਾ ਕੀਤੀ, ਉਸ ਵੇਲੇ ਸਾਰੀ ਬਾਣੀ ਨੂੰ ਤਰਤੀਬ ਦੇ ਕੇ ਲਿਖਾਇਆ। ਇਹ ਤਰਤੀਬ ਗੁਰੂ ਅਰਜਨ ਦੇਵ ਮਹਾਰਾਜ ਨੇ ਆਪ ਦਿੱਤੀ ਹੈ। ਹੁਣ ਇਹਦੇ ਵਿੱਚ ਵੀ ਕੋਈ ਅਦਲਾ ਬਦਲੀ ਨਹੀਂ ਹੋ ਸਕਦੀ। ਹੁਣ ਪਹਿਲਾਂ ਵਾਰਾਂ ਦੇ ਵਿੱਚ ਪੌੜੀਆਂ ਹੀ ਸਨ। ਜਿਵੇਂ ਬਸੰਤ ਰਾਗ ਦੀ ਵਾਰ ਆਉਂਦੀ, ਉਹਦੇ ਵਿੱਚ ਕੇਵਲ ਪੌੜੀਆਂ ਹੀ ਨੇ। ਸਾਰੀਆਂ ਵਾਰਾਂ ਇਸੇ ਤਰ੍ਹਾਂ ਹੀ ਸਨ, ਪਰ ਗੁਰੂ ਅਰਜਨ ਦੇਵ ਮਹਾਰਾਜ ਨੇ ਉਹਨਾਂ ਵਿੱਚ ਸ਼ਲੋਕ ਲਿਖਵਾਏ, ਅਤੇ ਸ਼ਲੋਕ ਵੀ ਮਿਸ਼ਰਤ ਸਨ। ਇਹ ਨਹੀਂ ਵੀ ਜਿਹੜੀ ਪਾਤਸ਼ਾਹੀ ਦੀ ਵਾਰ ਸੀ ਵੀ ਉਸੇ ਪਾਤਸ਼ਾਹੀ ਦੇ ਸ਼ਲੋਕ ਲਿਖੇ ਹੋਣ, ਇਹ ਵੀ ਨਿਯਮ ਨਹੀਂ ਲਾਗੂ ਹੁੰਦਾ। ਇਸ ਵਾਰ ਦੇ ਵਿੱਚ
ਦੂਸਰੇ ਸਤਿਗੁਰੂ ਸਾਹਿਬਾਨ ਦੇ ਸ਼ਲੋਕ ਵੀ ਦਰਜ ਕੀਤੇ। ਹੁਣ ਇਹ ਜਿਹੜਾ ਅੱਗੇ ਸ਼ਲੋਕ ਆਰੰਭ ਹੋ ਰਿਹਾ ਹੈ, ਪਿੱਛੇ 9 ਪੌੜੀਆਂ ਦੀ ਸ਼ਲੋਕਾਂ ਸਮੇਤ ਕਥਾ ਸੰਪੂਰਨ ਹੋ ਚੁੱਕੀ ਹੈ। ਇਹ ਹੁਣ 10ਵੀਂ ਪੌੜੀ ਦੇ ਨਾਲ 2 ਸ਼ਲੋਕ ਗੁਰੂ ਅਮਰਦਾਸ ਮਹਾਰਾਜ ਦੇ ਲਿਖੇ ਨੇ, ਉਹਨਾਂ ਦੀ ਵਿਚਾਰ ਆਰੰਭ ਹੋ ਰਹੀ ਹੈ। ਆਪ ਸੰਗਤਾਂ ਪ੍ਰੇਮ ਦੇ ਨਾਲ ਸਰਵਣ ਕਰੋ। ਇਸ ਵਿੱਚ ਗੁਰੂ ਦੀ ਮਹਿਮਾ, ਗੁਰੂ ਦੀ ਵਡਿਆਈ ਹੈ। ਗਰੀਬ ਨਿਵਾਜ ਸਤਿਗੁਰੂ ਜੀ ਸਾਨੂੰ ਕਿੰਨਾ ਸੁੰਦਰ ਉਪਦੇਸ਼ ਬਖਸ਼ਿਸ਼ ਕਰਦੇ ਹਨ। ਆਪ ਸੰਗਤਾਂ ਪ੍ਰੇਮ ਨਾਲ, ਇਕਾਗਰਤਾ ਦੇ ਨਾਲ, ਸ਼ਰਧਾ ਦੇ ਨਾਲ ਸਰਵਣ ਕਰੋ ਅਤੇ ਇੱਕ ਵਾਰ ਪਿਆਰ ਦੇ ਨਾਲ ਆਖੋ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ਼ਲੋਕ ਮਹੱਲਾ ਤੀਜਾ। ਕਾਗੋ ਹੋਏ ਨਾ ਊਜਲਾ, ਲੋਹੇ ਨਾਵ ਨਾ ਪਾਰ। ਸ਼ਲੋਕ ਤੇ ਪੌੜੀ ਇਹ ਕਾਵਿ ਰਚਨਾ ਵਿਸ਼ਾਂ ਦੇ ਨਾਮ ਨੇ। ਸ਼ਲੋਕ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਦਾ ਹੈ। ਗਰੀਬ ਨਿਵਾਜ ਸਤਿਗੁਰੂ ਜੀ ਫਰਮਾਉਂਦੇ ਨੇ, ਕਾਗੋ ਹੋਏ ਨਾ ਉਜਲਾ। ਕਾਗੋ ਕਾਂ ਨੂੰ ਆਖਦੇ ਨੇ। ਕਾਂ ਇੱਕ ਐਸਾ ਪੰਛੀ ਹੈ, ਪਰਿੰਦਾ ਹੈ, ਜਿਸ ਦਾ ਰੰਗ ਕਾਲਾ ਸਿਆਹ ਹੁੰਦਾ ਹੈ। ਜੇ ਕੋਈ ਬੰਦਾ ਇਹ ਚਾਹੇ ਵੀ ਮੈਂ ਉਸ ਕਾਲੇ ਕਾਂ ਨੂੰ ਚਿੱਟਾ ਸਫੈਦ ਕਰ ਦੇਵਾਂ, ਨਹੀਂ ਕੀਤਾ ਜਾ ਸਕਦਾ। ਕਾਗੋ ਹੋਏ ਨਾ ਉਜਲਾ। ਉਜਲਾ ਤੋਂ ਭਾਵ ਚਿੱਟਾ ਸਫੈਦ, ਦੁੱਧ ਵਰਗਾ ਨਹੀਂ ਹੋ ਸਕਦਾ। ਦੂਸਰੀ ਗੱਲ ਗੁਰੂ ਮਹਾਰਾਜ ਕਹਿੰਦੇ ਨੇ, ਲੋਹੇ ਨਾਵ ਨਾ ਪਾਰ। ਲੋਹੇ ਦੀ ਨਾਵ ਬੇੜੀ 'ਤੇ ਚੜ੍ਹ ਕੇ ਕੋਈ ਸਮੁੰਦਰ ਨੂੰ ਪਾਰ ਨਹੀਂ ਕਰ ਸਕਦਾ। ਜਿੰਨੀਆਂ ਵੀ ਬੇੜੀਆਂ 'ਤੇ ਆਪਾਂ ਸਵਾਰ ਹੁੰਦੇ ਹਾਂ, ਉਹ ਕਾਠ ਦੀਆਂ ਹੁੰਦੀਆਂ, ਲੱਕੜ ਦੀਆਂ ਹੁੰਦੀਆਂ। ਕਦੇ ਲੋਹੇ ਦੀ ਬੇੜੀ 'ਤੇ ਚੜ੍ਹ ਕੇ ਆਪਾਂ ਸਮੁੰਦਰ ਨੂੰ ਪਾਰ ਨਹੀਂ ਕਰ ਸਕਦੇ। ਲੋਕ ਇਹ ਗੱਲ ਕਹਿੰਦੇ ਨੇ ਵੀ ਕਾਂ ਕਦੀ ਹੰਸ ਨਹੀਂ ਬਣ ਸਕਦਾ, ਲੋਹੇ ਦੀ ਬੇੜੀ ਕਦੇ ਸਾਨੂੰ ਸਮੁੰਦਰ ਤੋਂ ਪਾਰ ਨਹੀਂ ਲੰਘਾ ਸਕਦੀ। ਪਿਰਮ ਪਦਾਰਥ ਮੰਨ ਲੈ, ਧਨ ਸਵਾਰਨ ਹਾਰ। ਗਰੀਬ ਨਿਵਾਜ ਸਤਿਗੁਰੂ ਜੀ ਫਰਮਾਉਂਦੇ ਨੇ, ਧਨ ਸਵਾਰਨ ਹਾਰ। ਅਨਮੈ ਕਰਕੇ ਅਰਥ ਲੱਗੇਗਾ। ਧਨ ਹੈ ਉਹ ਸਤਿਗੁਰੂ ਜੋ ਮਨੁੱਖ ਦੇ ਜੀਵਨ ਨੂੰ ਸਵਾਰਨ ਵਾਲਾ ਹੈ, ਧਨ ਸਵਾਰਨਹਾਰ। ਕਿਉਂਕਿ ਸਤਿਗੁਰੂ ਵਿੱਚ ਇੱਕ ਕਲਾ ਹੈ, ਉਹ ਸਾਡੇ ਜੀਵਨ ਦੇ ਵਿੱਚ ਬਦਲਾਵ ਲਿਆ ਸਕਦੇ ਨੇ। ਕਿਆ ਹੰਸ ਕਿਆ ਬਗਲਾ ਜਾਕੋ ਨਦਰ ਕਰੇ, ਜੋ ਤਿਸ ਭਾਵੈ ਨਾਨਕਾ ਕਾਗਹੁ ਹੰਸ ਕਰੇ। ਇਤਿਹਾਸ ਵਿੱਚ ਵੀ ਇੱਕ ਐਸਾ ਪ੍ਰਸੰਗ ਆਉਂਦਾ ਹੈ। ਇੱਕ ਗੁਰਮੁਖ ਪਰਿਵਾਰ ਦੇ ਗ੍ਰਹਿ ਵਿਖੇ ਗੁਰੂ ਨਾਨਕ ਸਾਹਿਬ ਜੀ ਨੇ ਰਹਿਣ ਬਸੇਰਾ ਕੀਤਾ। ਉਸਨੇ ਸਤਿਗੁਰੂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ। ਉਸ ਘਰ ਦੇ ਮਾਲਕ ਨੇ, ਮਹਾਰਾਜ, ਪੂਰਨ ਮਹਾਂਪੁਰਖਾਂ ਦੀ ਸੰਗਤ ਦਾ ਫਲ ਕੀ ਹੁੰਦਾ? ਸਤਿਗੁਰੂ ਕਹਿਣ ਲੱਗੇ, ਤੂੰ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨਾ, ਨਿਤਨੇਮ ਕਰਨਾ, ਫਿਰ ਸਾਡੇ ਕੋਲ ਆਉਣਾ। ਦਰਸ਼ਨ ਕਰਕੇ ਫਿਰ ਉੱਤਰ ਦਿਸ਼ਾ ਵੱਲ ਜਾਣਾ ਹੈ। ਅੱਗੇ ਇੱਕ ਬਿਰਛ ਆਵੇਗਾ, ਉੱਥੇ ਜਾ ਕੇ ਬੈਠ ਜਾਣਾ, ਤੈਨੂੰ ਉੱਥੇ ਜਵਾਬ ਮਿਲ ਜਾਵੇਗਾ। ਇਹ ਅੰਮ੍ਰਿਤ ਵੇਲੇ ਉੱਠਿਆ, ਇਸ਼ਨਾਨ ਕੀਤਾ, ਨਿਤਨੇਮ ਕੀਤਾ,
ਗੁਰੂ ਦੇ ਦਰਸ਼ਨ ਦੀਦਾਰ ਕੀਤੇ। ਜਦੋਂ ਉਸ ਬਿਰਛ ਦੇ ਪਾਸ ਗਿਆ, ਕੀ ਦਿਖਦਾ ਹੈ? ਇੱਕ ਕਾਵਾਂ ਦਾ ਜੋੜਾ ਹੈ ਜਿਨ੍ਹਾਂ ਦਾ ਰੰਗ ਕਾਲਾ ਸੀ। ਇਸ ਨੂੰ ਵੇਖ ਕੇ ਦੇਖਦਿਆਂ ਦੇਖਦਿਆਂ ਚਿੱਟੇ ਰੰਗ ਦੇ, ਸਫੈਦ ਰੰਗ ਦੇ ਦਿਖਾਈ ਦੇਣ ਲੱਗ ਪਏ। ਇਹ ਹੈਰਾਨ ਹੋਇਆ, ਵਾਪਸ ਮੁੜਿਆ। ਸਤਿਗੁਰੂ ਕਹਿੰਦੇ ਕੋਈ ਜਵਾਬ ਮਿਲਿਆ? ਕਹਿੰਦਾ ਨਹੀਂ। ਕਹਿਣ ਲੱਗੇ ਕੱਲ੍ਹ ਨੂੰ ਫਿਰ ਜਾਵੇਂ। ਫਿਰ ਗਿਆ। ਫਿਰ ਉਹੀ ਜੋੜਾ ਜਿਹੜਾ ਕਾਂ ਤੋਂ ਚਿੱਟੇ ਰੰਗ ਦਾ, ਸਫੈਦ ਰੰਗ ਦਾ ਹੋਇਆ ਸੀ, ਤੇ ਉਹ ਹੁਣ ਹੰਸ ਬਣ ਗਿਆ, ਹੰਸਾਂ ਦਾ ਜੋੜਾ ਬਣ ਗਿਆ। ਪਹਿਲਾਂ ਕਾਵਾਂ ਦਾ ਜੋੜਾ ਸੀ, ਫਿਰ ਬਗਲਾ, ਬਗਲੇ ਤੋਂ ਅੱਗੇ ਹੰਸਾਂ ਦਾ ਜੋੜਾ ਬਣ ਗਿਆ। ਫਿਰ ਤੀਜੇ ਦਿਨ ਗਿਆ ਤੇ ਫਿਰ ਉਹਨਾਂ ਨੂੰ ਦੇਵਦੇਹੀ ਪ੍ਰਾਪਤ ਹੋ ਗਈ ਤੇ ਉਸ ਨੂੰ ਮੱਥਾ ਟੇਕ ਕੇ ਕਹਿਣ ਲੱਗੇ ਤੂੰ ਧੰਨ ਹੈ, ਤੂੰ ਪੂਰੇ ਗੁਰੂ ਆਪ ਨਾਰਾਇਣ ਕਲਾ ਧਰ ਜਗ ਮੈਂ ਪਰਵਰਿਓ। ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕਰਕੇ ਆਏ। ਤੇਰੇ ਦਰਸ਼ਨ ਕਰਕੇ ਸਾਡੀ ਕਾਇਆ ਕਲਪ ਹੋ ਗਈ ਹੈ। ਪਹਿਲਾਂ ਅਸੀਂ ਕਾਂ ਸੀ, ਬਗਲੇ ਬਣ ਗਏ, ਬਗਲਿਆਂ ਤੋਂ ਹੰਸ ਬਣ ਗਏ, ਹੁਣ ਅਸੀਂ ਦੇਵਤੇ ਬਣ ਕੇ ਬੈਕੁੰਠ ਨੂੰ ਜਾ ਰਹੇ ਹਾਂ। ਜਦੋਂ ਵਾਪਸ ਮੁੜਿਆ ਤੇ ਸਤਿਗੁਰੂ ਕਹਿਣ ਲੱਗੇ ਭਾਈ ਮਿਲਿਆ ਜਵਾਬ? ਕਹਿੰਦਾ ਹਾਂ ਮਹਾਰਾਜ ਮਿਲ ਗਿਆ। ਇਹ ਇਤਿਹਾਸਕ ਸਾਖੀਆਂ ਪ੍ਰਤੀਕ ਹੁੰਦੀਆਂ ਨੇ। ਇਹਦਾ ਅੰਤਰੀਵ ਜਿਹੜਾ ਭਾਵ ਹੈ, ਕਾਂ ਕੌਣ ਹੁੰਦਾ ਹੈ? ਜਿਸ ਦਾ ਅੰਦਰੋਂ ਬਾਹਰੋਂ ਜੀਵਨ ਕਾਲਾ ਹੋਵੇ, ਜਿਸ ਦਾ ਆਚਾਰ ਵੀ ਮਾੜਾ ਹੈ ਤੇ ਵਿਚਾਰ ਵੀ ਮਾੜੇ ਨੇ, ਉਹ ਕਾਂ ਹੀ ਹੈ। ਪਹਿਲਾਂ ਜੀਵਨ ਬਾਹਰੋਂ ਬਦਲਦਾ ਹੈ। ਆਪਾਂ ਅੰਮ੍ਰਿਤ ਛਕ ਲੈਂਦੇ ਹਾਂ, ਬਾਹਰੋਂ ਸਿੱਖੀ ਧਾਰਨ ਕਰ ਲੈਂਦੇ ਹਾਂ, ਕੁਰੈਤਾਂ ਤੋਂ ਬਚੇ ਰਹਿੰਦੇ ਹਾਂ, ਤੇ ਫਿਰ ਜਦੋਂ ਅੰਦਰੋਂ ਮਨ ਵੀ ਬਦਲ ਜਾਂਦਾ ਹੈ, ਫਿਰ ਅਸੀਂ ਹੰਸ ਬਣ ਜਾਂਦੇ ਹਾਂ। ਤੇ ਜਦੋਂ ਗੁਰੂ ਦੀ ਕਿਰਪਾ ਹੁੰਦੀ ਜਨਮਾਨਸ ਤੇ ਦੇਵਤੇ ਕੀਏ, ਫਿਰ ਆਤਮਿਕ ਜੀਵਨ, ਰੂਹਾਨੀ ਜੀਵਨ ਪ੍ਰਾਪਤ ਹੋ ਕੇ ਅਸੀਂ ਦੇਵਤੇ ਬਣਦੇ ਹਾਂ। ਇਸੇ ਵਾਸਤੇ ਹਜ਼ੂਰ ਕਹਿੰਦੇ ਨੇ ਧੰਨ ਹੈ ਉਹ ਸਤਿਗੁਰੂ ਜਿਹੜਾ ਕਾਂ ਦੇ ਜੀਵਨ ਨੂੰ ਵੀ ਸਵਾਰਨ ਵਾਲਾ ਹੈ, ਉਹਨੂੰ ਵੀ ਹੰਸ ਬਣਾ ਦਿੰਦਾ, ਉਹਨੂੰ ਵੀ ਦੇਵਤਾ ਬਣਾ ਦਿੰਦਾ। ਪਰਮ ਪਦਾਰਥ ਮੰਨ ਲੈ। ਕਾਂ ਤੋਂ ਹੰਸ ਕਿਵੇਂ ਬਣਦਾ ਹੈ? ਮਨੁੱਖ ਤੋਂ ਦੇਵਤਾ ਕਿਵੇਂ ਬਣਦਾ ਹੈ? ਪਰਮ ਪਦਾਰਥ ਮੰਨ ਲੈ। ਪਰਮ ਦਾ ਅਰਥ ਹੈ ਪ੍ਰੇਮ। ਜਿਹੜਾ ਰੱਬੀ ਪ੍ਰੇਮ ਹੈ ਉਹ ਇੱਕ ਬੜਾ ਕੀਮਤੀ ਪਦਾਰਥ ਹੈ। ਪ੍ਰੇਮ ਇੱਕ ਅਮੋਲਕ ਰਤਨ ਹੈ, ਤੇ ਜਿਹੜਾ ਉਸ ਨੂੰ ਮੰਨ ਲਵੇ, ਉਸ ਨੂੰ ਸਵੀਕਾਰ ਕਰ ਲਵੇ, ਰੱਬੀ ਪਿਆਰ ਨੂੰ ਆਪਣੇ ਅੰਦਰ ਮਨ ਵਿੱਚ ਵਸਾ ਲਵੇ, ਇਹੀ ਮੰਨਣਾ ਹੈ। ਪ੍ਰੇਮ ਪਦਾਰਥ ਮੰਨ ਲੈ। ਫਿਰ ਉਹਦੇ ਜੀਵਨ ਨੂੰ ਸਤਿਗੁਰੂ ਸਵਾਰ ਦਿੰਦੇ ਨੇ। ਜੇ ਉਹ ਕਾਂ ਹੈ, ਹੰਸ ਬਣ ਜਾਂਦਾ ਹੈ। ਜੇ ਮਨੁੱਖ ਹੈ, ਫਿਰ ਉਹ ਦੇਵਤਾ ਬਣ ਜਾਂਦਾ ਹੈ। ਇਸ ਢੰਗ ਦੇ ਨਾਲ ਭਾਈ ਸਤਿਗੁਰੂ ਹੀ ਹਨ ਜੋ ਸਾਡੇ ਜੀਵਨ ਨੂੰ ਸਵਾਰਦੇ ਹਨ। ਹੁਕਮ ਪਛਾਣੈ ਊਜਲਾ, ਸਿਰ ਕਾਸ਼ਟ ਲੋਹਾ ਪਾਰ। ਲੋਕ ਗਰੀਬਨ ਵਾਰ ਸਤਿਗੁਰੂ ਜੀ ਕਹਿੰਦੇ ਨੇ, ਭਾਵੇਂ ਲੋਕੀ ਇਹ ਗੱਲ ਆਖਦੇ ਨੇ ਕਾਂ ਕਦੀ ਹੰਸ ਨਹੀਂ ਬਣ ਸਕਦਾ, ਲੋਹੇ ਦੀ ਬੇੜੀ 'ਤੇ ਚੜ੍ਹ ਕੇ ਕੋਈ ਇਨਸਾਨ ਸਮੁੰਦਰ ਤੋਂ ਪਾਰ ਨਹੀਂ ਲੰਘ ਸਕਦਾ, ਪਰ ਹਜ਼ੂਰ ਕਹਿੰਦੇ ਐਸਾ ਵੀ ਹੋ ਸਕਦਾ। ਹੁਕਮ ਪਛਾਣੈ ਉਜਲਾ, ਜਿਹੜਾ ਇਨਸਾਨ ਗੁਰੂ ਦੇ ਹੁਕਮ ਦੀ ਪਛਾਣ ਕਰ ਲਵੇ। ਇੱਕ ਤਾਂ ਹੈ ਨਾ ਹੁਕਮ, ਜਦੋਂ ਆਪਾਂ ਸ਼੍ਰੀ ਮੁਖਵਾਕ ਲੈਂਦੇ ਹਾਂ, ਇਹਨੂੰ ਵੀ ਹੁਕਮਨਾਮਾ ਜਾਂ ਹੁਕਮ ਆਪਾਂ ਕਹਿੰਦੇ ਵੀ ਹੁਕਮ ਲਵੋ, ਹੁਕਮਨਾਮਾ ਲਵੋ। ਜਿਹੜਾ ਉਸ ਰੱਬੀ ਸ਼ਬਦ, ਜੋ ਰੱਬੀ ਹੁਕਮ ਹੈ, ਉਹਦੀ ਕਰਾਮਾਤ ਨੂੰ, ਉਹਦੀ ਅਜ਼ਮਤ ਨੂੰ ਪਛਾਣ ਲੈਂਦਾ ਹੈ, ਫਿਰ ਭਾਈ ਉਹ ਕਾਂ ਤੋਂ ਉਜਲਾ ਹੰਸ ਬਣ ਜਾਂਦਾ।
ਸਿਰਕਾਸ਼ ਲੋਹਾ ਪਾਰ। ਤੇ ਲੋਹਾ ਉਂਝ ਤੇ ਸਮੁੰਦਰ ਤੋਂ ਪਾਰ ਨਹੀਂ ਹੋ ਸਕਦਾ, ਪਰ ਕਾਠ ਦੇ ਸਿਰ ਦਾ ਅਰਥ ਹੈ ਸਹਾਰੇ। ਕਾਠ ਦੇ ਸਹਾਰੇ ਲੋਹਾ ਵੀ ਪਾਣੀ ਤੋਂ ਪਾਰ ਹੋ ਜਾਂਦਾ। ਹੁਣ ਕਾਠ ਦੀ ਬੇੜੀ 'ਤੇ ਆਪਾਂ ਲੋਹੇ ਨੂੰ ਰੱਖ ਦਈਏ, ਅਕਸਰ ਕਾਠ ਦੀ ਬੇੜੀ ਨੂੰ ਲੋਹੇ ਦੇ ਕਿੱਲ ਤਾਂ ਲੱਗੇ ਹੁੰਦੇ ਨੇ, ਉਦੋਂ ਬਿਨਾਂ ਤਾਂ ਬੇੜੀ ਵੀ ਨਹੀਂ ਬਣ ਸਕਦੀ। ਅਤੇ ਫਿਰ ਵੇਖ ਲਓ ਵੀ ਜਿਵੇਂ ਕਾਂ ਗੁਰੂ ਦਾ ਹੁਕਮ ਪਛਾਣ ਕੇ ਹੰਸ ਬਣ ਸਕਦਾ ਹੈ, ਪਾਪੀ ਅਤੇ ਵਿਕਾਰੀ ਇਨਸਾਨ ਸੰਤ ਬਣ ਸਕਦਾ ਹੈ, ਬ੍ਰਹਮ ਗਿਆਨੀ ਬਣ ਸਕਦਾ ਹੈ। ਅਤੇ ਇਸੇ ਤਰ੍ਹਾਂ ਲੋਹਾ ਵੀ ਕਾਠ ਦੇ ਸਹਾਰੇ ਪਾਰ ਹੋ ਸਕਦਾ ਹੈ। ਕਾਠ ਤੋਂ ਭਾਵ ਹੈ ਸਾਧ ਸੰਗਤ, ਅਤੇ ਲੋਹੇ ਤੋਂ ਭਾਵ ਜਿਹੜਾ ਪਾਪੀ ਜੀਵ ਹੈ। ਇਹ ਵੀ ਮਹਾਂਪੁਰਖਾਂ ਦੀ ਸੰਗਤ ਕਰਕੇ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ। ਤ੍ਰਿਸ਼ਨਾ ਛੋੜੈ ਭੈ ਵਸੈ, ਨਾਨਕ ਕਰਨੀ ਸਾਰ। ਗਰੀਬ ਨਿਵਾਜ ਸਤਿਗੁਰੂ ਜੀ ਫਰਮਾਉਂਦੇ ਨੇ, ਪਰ ਇੱਕ ਸ਼ਰਤ ਹੈ, ਜਦੋਂ ਗੁਰਸਿੱਖ ਗੁਰੂ ਦੇ ਪਾਸ ਆਵੇ, ਭੈ ਵਸੈ, ਉਹ ਗੁਰੂ ਦੇ ਭੈ ਵਿੱਚ ਵਸੇ, ਭੈ ਤੋਂ ਬਾਹਰ ਨਾ ਜਾਵੇ। ਅਤੇ ਦੂਜੀ ਗੱਲ ਤ੍ਰਿਸ਼ਨਾ ਛੁੱਟੈ, ਸਹਿਸ ਕਟੇ ਲੱਖ ਕੋ ਉਠਤ ਆਵੈ, ਤ੍ਰਿਪਤ ਨਾ ਆਵੈ ਮਾਇਆ ਪਾਛੈ ਪਾਵੈ। ਇਸ ਤ੍ਰਿਸ਼ਨਾ ਨੂੰ ਤਿਆਗ ਦੇਵੇ, ਗੁਰੂ ਦੇ ਭੈ ਵਿੱਚ ਵਸੇ ਅਤੇ ਤ੍ਰਿਸ਼ਨਾ ਦਾ ਤਿਆਗ ਕਰੇ, ਅਤੇ ਫਿਰ ਉਹਦੇ ਮਨ ਦੇ ਵਿੱਚ ਗੁਰੂ ਦਾ ਉਪਦੇਸ਼ ਵਸਦਾ। ਇਹ ਕਰਨੀ ਸਾਰ, ਅਤੇ ਇਹੀ ਸਭ ਤੋਂ ਸ੍ਰੇਸ਼ਟ ਕਰਨੀ ਹੈ। ਕਈ ਪੁੱਛਦੇ ਨੇ ਕਰਨੀ ਤੋਂ ਭਾਵ ਭਗਤੀ ਵੀ ਹੈ। ਇਹ ਸਭ ਤੋਂ ਸ੍ਰੇਸ਼ਟ ਬੰਦਗੀ ਹੈ, ਸਭ ਤੋਂ ਵਧੀਆ ਇਬਾਦਤ ਹੈ, ਸਭ ਤੋਂ ਵਧੀਆ ਢੰਗ ਦੀ ਇਸ ਨੂੰ ਆਪਾਂ ਭਗਤੀ ਕਹਿ ਸਕਦੇ ਹਾਂ। ਮਹੱਲਾ ਤੀਜਾ। ਮਾਰੂ ਮਾਰਨ ਜੋ ਗਏ, ਮਾਰ ਨਾ ਸਕਹਿ ਗਵਾਰ। ਹੁਣ ਦੂਜਾ ਸ਼ਲੋਕ ਵੀ ਮਹੱਲਾ ਤੀਜਾ ਗੁਰੂ ਅਮਰਦਾਸ ਮਹਾਰਾਜ ਦਾ ਹੀ ਹੈ। ਹਜ਼ੂਰ ਫਰਮਾਉਂਦੇ ਨੇ, ਮਾਰੂ ਰਾਗ ਦਾ ਵੀ ਨਾਮ ਹੈ, ਇਹ ਮਾਰੂ ਰਾਗ ਦੀ ਵਾਰ ਹੈ। ਅਤੇ ਮਾਰੂ ਰਾਗ ਦੀ ਵਾਰ ਦੁਆਰਾ, ਮਾਰੂ ਰਾਗ ਦੇ ਅੰਦਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਮਾਰੂ ਮਾਰਨ ਯੋਗ ਹੈ। ਮਾਰੂ ਦਾ ਅਰਥ ਹੈ ਮਾਰਨ ਯੋਗ। ਕੌਣ ਹੈ? ਸਾਡਾ ਸ਼ੈਤਾਨ ਮਨ। ਕਈ ਲੋਕ ਇਸ ਨੂੰ ਮਾਰਨ ਵਾਸਤੇ ਮਾਰੂਥਲਾਂ ਦੇ ਵਿੱਚ ਚਲੇ ਜਾਂਦੇ ਨੇ। ਮਾਰੂਥਲ ਤੋਂ ਭਾਵ ਹੈ ਰੇਤਲੇ ਅਸਥਾਨ। ਉੱਥੇ ਜਾ ਕੇ ਜੰਗਲਾਂ ਪਹਾੜਾਂ ਦੇ ਵਿੱਚ ਜਾ ਕੇ ਮਨ ਨੂੰ ਮਾਰਨ ਦੀ ਕੋਸ਼ਿਸ਼ ਕਰਦੇ ਨੇ। ਮਾਰ ਨਾ ਸਕਹਿ ਗੁਆਰ, ਪਰ ਹਜ਼ੂਰ ਕਹਿੰਦੇ ਉਹ ਮੂਰਖ ਬੰਦੇ ਐਵੇਂ ਅਜਾਈਂ ਆਪਣਾ ਸਮਾਂ ਅਤੇ ਸ਼ਕਤੀ ਨੂੰ ਬਰਬਾਦ ਕਰਦੇ ਨੇ, ਉਹ ਆਪਣੇ ਮਨ ਨੂੰ ਮਾਰ ਨਹੀਂ ਸਕਦੇ। ਗ੍ਰਹਿ ਤਾਜ ਬਨਖੰਡ ਜਾਈਐ, ਚੁਣ ਖਾਈਐ ਕੰਦਾ, ਅਜੋਂ ਬੇਕਾਰ ਨਾ ਛੋਡੀ ਪਾਪੀ ਮਨ ਮੰਦਾ। ਆਦਮੀ ਘਰ-ਬਾਰ ਛੱਡ ਕੇ ਮਾਰੂਥਲਾਂ ਦੇ ਵਿੱਚ, ਖੁਸ਼ਕ ਪਹਾੜੀਆਂ ਦੇ ਉੱਪਰ ਚਲਿਆ ਜਾਵੇ, ਜੰਗਲਾਂ ਅਤੇ ਉਜਾੜਾਂ ਦੇ ਵਿੱਚ ਚਲਿਆ ਜਾਵੇ, ਪਰ ਉੱਥੇ ਜਾ ਕੇ ਵੀ ਕੋਈ ਆਪਣੇ ਮਨ ਨੂੰ ਮਾਰ ਨਹੀਂ ਸਕਦਾ। ਮਨ ਨੂੰ ਮਾਰਨ ਤੋਂ ਭਾਵ ਕੀ ਹੈ? ਜਿਹੜੇ ਮਨ ਦੇ ਸੰਕਲਪਾਂ ਵਿਕਲਪਾਂ ਨੂੰ ਅਭਾਵ ਕਰਨਾ, ਇਹ ਮਨ ਦੀ ਮੌਤ ਹੈ। ਤੁਸੀਂ ਦੇਖੋ, ਹਰ ਵੇਲੇ ਸਾਡੇ ਮਨ ਦੇ ਵਿੱਚ ਕੋਈ ਨਾ ਕੋਈ ਵਿਚਾਰ, ਕੋਈ ਖਿਆਲ, ਸੰਕਲਪ ਵਿਕਲਪ ਉੱਠਦੇ ਰਹਿੰਦੇ ਨੇ। ਜਦੋਂ ਸ਼ਾਂਤ ਹੋ ਜਾਣ ਫਿਰ ਮਨ ਦੀ ਮੌਤ ਹੁੰਦੀ, ਮਨ ਸ਼ਾਂਤ ਹੋ ਜਾਂਦਾ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ, ਜਿਹੜੇ ਭਾਈ ਲੋਕ ਇਸ ਮਾਰਨ ਯੋਗ ਮਨ ਨੂੰ ਮਾਰਨ ਵਾਸਤੇ ਮਾਰੂਥਲਾਂ ਵਿੱਚ ਜਾਂਦੇ ਨੇ, ਪਰ ਉਹ ਮੂਰਖ ਲੋਕ ਆਪਣੇ ਮਨ ਨੂੰ ਕਦੀ ਵੀ ਮਾਰ ਨਹੀਂ ਸਕਦੇ। ਉਹ ਆਪਣੇ ਮਨ ਦੇ ਫੁਰਨਿਆਂ ਨੂੰ ਕਦੀ ਵੀ ਸ਼ਾਂਤ ਨਹੀਂ ਕਰ ਸਕਦੇ। ਨਾਨਕ ਜੇ ਇਹੋ ਮਾਰੀਐ, ਗੁਰ ਸ਼ਬਦੀ ਵਿਚਾਰ। ਫਿਰ ਮਹਾਰਾਜ ਤੁਸੀਂ ਦੱਸੋ, ਮਨ ਨੂੰ ਕਿਵੇਂ ਮਾਰਿਆ ਜਾ ਸਕਦਾ?
ਗੁਰਮਤਿ ਦਾ ਤਰੀਕਾ ਕੀ ਹੈ? ਹਜ਼ੂਰ ਕਹਿੰਦੇ ਨਾਨਕ ਇਹੋ ਮਨ ਮਾਰੀਏ ਵੀ ਜੇ ਤੁਸੀਂ ਇਸ ਮਨ ਨੂੰ ਮਾਰਨਾ ਚਾਹੁੰਦੇ ਹੋ, ਗੁਰ ਸ਼ਬਦੀ ਵਿਚਾਰ, ਗੁਰੂ ਸ਼ਬਦ ਦੀ ਵਿਚਾਰ ਦੇ ਨਾਲ ਜੁੜੋ। ਗੁਰੂ ਸ਼ਬਦ ਦੀ ਵਿਚਾਰ ਦੇ ਨਾਲ ਇਸ ਮਨ ਨੂੰ ਮਾਰਿਆ ਜਾ ਸਕਦਾ। ਇਹਦਾ ਮਤਲਬ ਇਹ ਹੈ, ਜਦੋਂ ਆਪਾਂ ਇਕੱਲੀ ਬਾਣੀ ਪੜ੍ਹਦੇ ਹਾਂ ਉਸ ਵੇਲੇ ਵੀ ਸਾਡਾ ਮਨ ਇੱਧਰ ਉੱਧਰ ਨਿਕਲ ਜਾਂਦਾ, ਧਿਆਨ ਪਾਸੇ ਹੋ ਜਾਂਦਾ, ਸੁਣਨ ਵੇਲੇ ਵੀ ਇੱਧਰ ਉੱਧਰ ਹੋ ਜਾਂਦਾ। ਪਰ ਜਦੋਂ ਆਪਾਂ ਗੁਰਬਾਣੀ ਦੀ ਵਿਚਾਰ ਕਰਾਂਗੇ ਨਾ, ਗੁਰਬਾਣੀ ਦੇ ਅਰਥ ਭਾਵ ਨੂੰ ਗਹਿਰਾਈ ਦੇ ਵਿੱਚ ਸਮਝਣ ਦੀ ਕੋਸ਼ਿਸ਼ ਕਰਾਂਗੇ, ਫਿਰ ਉੱਥੇ ਮਨ ਦੇ ਹੋਰ ਫੁਰਨੇ ਮਿਟ ਜਾਂਦੇ, ਫਿਰ ਇੱਕੋ ਪਾਸੇ ਧਿਆਨ ਦੇਣਾ ਪਵੇਗਾ। ਇਸੇ ਲਈ ਹਜ਼ੂਰ ਕਹਿੰਦੇ ਗੁਰੂ ਸ਼ਬਦ ਦੀ ਵਿਚਾਰ ਕਰੋ ਤੇ ਫਿਰ ਇਸ ਮਨ ਨੂੰ ਮਾਰਿਆ ਜਾ ਸਕਦਾ ਹੈ। ਇਹੋ ਮਨ ਮਾਰਿਆ ਨਾ ਮਰੈ, ਜੇ ਲੋਚੈ ਸਭ ਕੋਏ। ਭਾਈ ਹੋਰ ਕਿਸੇ ਵੀ ਤਰੀਕੇ ਦੇ ਨਾਲ ਇਸ ਮਨ ਨੂੰ ਜੇ ਕੋਈ ਮਾਰਨਾ ਚਾਹੇ, ਇਹ ਨਹੀਂ ਮਰ ਸਕਦਾ। ਮਨ ਦੇ ਫੁਰਨਿਆਂ ਨੂੰ ਰੋਕਣਾ, ਸੰਕਲਪਾਂ ਵਿਕਲਪਾਂ ਨੂੰ ਅਭਾਵ ਕਰਨਾ, ਇਹ ਮਨ ਨੂੰ ਮਾਰਨਾ। ਮਨ ਦੇ ਸੰਕਲਪ ਵਿਕਲਪ ਕਦੀ ਨਹੀਂ ਮਰ ਸਕਦੇ। ਮਨ ਕਦੇ ਵੀ ਅਫੁਰ ਅਵਸਥਾ ਨੂੰ ਪ੍ਰਾਪਤ ਨਹੀਂ ਕਰ ਸਕਦਾ। ਜਿੰਨਾ ਕੋਈ ਮਰਜ਼ੀ ਕੋਈ ਯਤਨ ਕਰ ਲਵੇ, ਇਹ ਮਨ ਮਾਰਿਆ ਕਦੀ ਮਰਦਾ ਨਹੀਂ ਹੈ। ਜੇ ਲੋਚਾ ਸਭ ਕੋਈ, ਭਾਵੇਂ ਹਰ ਕੋਈ ਇਸ ਗੱਲ ਦੀ ਇੱਛਾ ਰੱਖਦਾ ਹੈ ਬਈ ਮੈਂ ਆਪਣੇ ਮਨ ਨੂੰ ਮਾਰ ਲਵਾਂ ਜਾਂ ਮਨ ਦੇ ਫੁਰਨਿਆਂ ਨੂੰ ਅਫੁਰ ਅਵਸਥਾ ਵਿੱਚ ਲੈ ਜਾਵਾਂ, ਪਰ ਇਹ ਗੱਲ ਬਣਦੀ ਨਹੀਂ ਹੈ। ਨਾਨਕ ਮਨ ਹੀ ਕੋ ਮਨ ਮਾਰਸੀ, ਜੇ ਸਤਿਗੁਰ ਭੇਟੈ ਸੋਏ। ਫਿਰ ਮਨ ਨੂੰ ਕਿਵੇਂ ਮਾਰਿਆ ਜਾ ਸਕਦਾ? ਹਜ਼ੂਰ ਕਹਿੰਦੇ ਮਨ ਹੀ ਮਨ ਨੂੰ ਮਾਰਦਾ। ਮਨ ਹੀ ਮਨ ਨੂੰ ਮਾਰ ਸਕਦਾ, ਹੋਰ ਕੋਈ ਇਸ ਨੂੰ ਮਾਰ ਨਹੀਂ ਸਕਦਾ। ਪਰ ਕਦੋਂ ਮਨ ਇਸ ਮਨ ਨੂੰ ਮਾਰੇਗਾ? ਹਜ਼ੂਰ ਕਹਿੰਦੇ ਜੇ ਸਤਿਗੁਰੂ ਭੇਟਿਆ ਸੋਏ। ਜੇ ਸੱਚਾ ਸਤਿਗੁਰੂ ਮਿਲ ਜਾਵੇ, ਉਹ ਸੱਚੇ ਸਤਿਗੁਰੂ ਦੀ ਕਿਰਪਾ ਦੇ ਨਾਲ ਮਨ ਦੇ ਫੁਰਨੇ ਤੇ ਮਨ ਦੇ ਸੰਕਲਪ ਵਿਕਲਪ ਤੇ ਮਨ ਦੇ ਵਿਚਾਰ ਕਾਬੂ ਵਿੱਚ ਆਉਂਦੇ ਨੇ। ਜਿਵੇਂ ਹਵਾ ਦੇ ਕਾਰਨ ਸਮੁੰਦਰ ਵਿੱਚ ਲਹਿਰਾਂ ਉੱਠਦੀਆਂ ਨੇ। ਜੇ ਹਵਾ ਬੰਦ ਹੋ ਜਾਵੇ ਤੇ ਪਾਣੀ ਸ਼ਾਂਤ ਹੋ ਜਾਂਦਾ, ਲਹਿਰਾਂ ਵੀ ਸ਼ਾਂਤ ਹੋ ਜਾਂਦੀਆਂ ਨੇ। ਇਸੇ ਤਰ੍ਹਾਂ ਤ੍ਰਿਸ਼ਨਾ ਦੇ ਕਾਰਨ ਸਾਧੋ ਇਹੋ ਮਨ ਗਹਿਓ ਨਾ ਜਾਈ, ਚੰਚਲ ਤ੍ਰਿਸ਼ਨਾ ਸੰਗ ਬਸ ਹੈ, ਜਾਂ ਤੇ ਥਿਰ ਨਾ ਰਹਾਈ। ਇਹ ਤ੍ਰਿਸ਼ਨਾ ਦੇ ਕਾਰਨ ਮਨ ਇੱਧਰ ਉੱਧਰ ਦੌੜਦਾ, ਅਤੇ ਜਦੋਂ ਤ੍ਰਿਸ਼ਨਾ ਦੀ ਹਵਾ ਰੁਕ ਜਾਵੇ ਫਿਰ ਮਨ ਸ਼ਾਂਤ ਹੋ ਜਾਂਦਾ। ਜੇ ਸੱਚੇ ਸਤਿਗੁਰੂ ਮਿਲ ਜਾਣ, ਫਿਰ ਗੁਰੂ ਦੀ ਕਿਰਪਾ ਦੇ ਨਾਲ, ਜਿਹੜਾ ਗੁਰੂ ਦੀ ਕਿਰਪਾ ਦਾ ਪਾਤਰ ਬਣਿਆ ਹੋਇਆ ਮਨ ਹੈ, ਸ਼ੁੱਧ ਮਨ, ਨਿਰਮਲ ਮਨ, ਉਹ ਮਲੀਨ ਮਨ ਨੂੰ ਮਾਰ ਦਿੰਦਾ। ਮਨ ਦੇ ਮਾੜੇ ਵਿਕਾਰਾਂ ਨੂੰ ਸ਼ੁੱਧ ਮਨ ਅਭਾਵ ਕਰ ਦਿੰਦਾ। ਇਉਂ ਸ਼ੁੱਧ ਮਨ ਹੀ ਅਸ਼ੁੱਧ ਮਨ ਨੂੰ ਮਾਰਦਾ ਅਤੇ ਮਨ ਦੇ ਸ਼ੈਤਾਨ ਪ੍ਰਭਾਵ ਨੂੰ, ਇਹ ਜਿਹੜਾ ਸ਼ੁੱਧ ਮਨ ਹੈ, ਗੁਰੂ ਦੀ ਸਿੱਖਿਆ ਨਾਲ ਨਿਰਮਲ ਹੋਇਆ ਮਨ ਹੈ, ਉਹ ਮਲੀਨ ਮਨ ਨੂੰ, ਪਲੀਤ ਮਨ ਨੂੰ ਮਾਰ ਕੇ ਉਜਲ ਕਰ ਦਿੰਦਾ ਹੈ। ਪੌੜੀ ਦੋਵੈ ਤਰਫਾ ਉਪਾਈਓਨ, ਵਿੱਚ ਸ਼ਕਤ ਸਿਵ ਵਾਸਾ। ਪੌੜੀ ਛੰਦ ਦਾ ਨਾਮ ਹੈ। ਪੌੜੀ ਛੰਦ ਵਿੱਚ ਗੁਰੂ ਅਮਰਦਾਸ ਮਹਾਰਾਜ ਹੀ ਉਪਦੇਸ਼ ਦਿੰਦੇ ਨੇ। ਦੋਵੇਂ ਸ਼ਲੋਕ ਵੀ ਗੁਰੂ ਅਮਰਦਾਸ ਮਹਾਰਾਜ ਦੀ ਸਨ। ਦੋਵੇਂ ਤਰਫਾ ਪਾਈਓਨ ਵਿੱਚ ਸ਼ਕਤ ਸ਼ਿਵ ਵਾਸਾ। ਉਸ ਵਾਹਿਗੁਰੂ ਪਰਮੇਸ਼ਰ ਨੇ ਦੋ ਤਰਫਾਂ ਪੈਦਾ ਕੀਤੀਆਂ ਨੇ। ਤਰਫ ਤੋਂ ਭਾਵ ਦੋ ਦਿਸ਼ਾ, ਦੋ ਧਿਰਾਂ, ਦੋ ਪੱਖ, ਦੋ ਪਾਸੇ। ਉਹ ਕਿਹੜੇ ਨੇ? ਇੱਕ ਧਰਮ ਦਾ ਰਸਤਾ ਹੈ, ਦੂਸਰਾ ਅਧਰਮ ਦਾ ਰਸਤਾ ਹੈ। ਇੱਕ ਪੁੰਨ ਦਾ ਰਸਤਾ, ਦੂਸਰਾ ਪਾਪ ਦਾ ਰਸਤਾ। ਇਹਨੂੰ ਨੇਕੀ, ਬਦੀ, ਚੰਗਿਆਈ, ਬੁਰਿਆਈ ਜੋ ਮਰਜ਼ੀ ਆਖ ਲਵੋ। ਇਹ ਦੋਵੇਂ ਤਰਫਾਂ ਵਾਹਿਗੁਰੂ ਨੇ ਪੈਦਾ ਕੀਤੀਆਂ ਨੇ। ਗੁਰਮੁਖ ਤੇ ਮਨਮੁਖ ਵੀ ਉਹਨੇ ਪੈਦਾ ਕੀਤੇ ਨੇ।
ਗਿਆਨੀ ਤੇ ਅਗਿਆਨੀ ਵੀ ਉਹਨੇ ਪੈਦਾ ਕੀਤੇ ਨੇ, ਸਾਕਤ ਤੇ ਸੰਤ ਵੀ ਉਹਨੇ ਪੈਦਾ ਕੀਤੇ ਨੇ, ਦੇਵਤੇ ਤੇ ਦੈਂਤ ਵੀ। ਇਹ ਦੋਵੇਂ ਤਰਫਾਂ ਨੇ, ਇਹ ਦੋਵੇਂ ਤਰਫਾਂ ਉਸ ਵਾਹਿਗੁਰੂ ਪਰਮੇਸ਼ਰ ਨੇ ਪੈਦਾ ਕੀਤੀਆਂ ਨੇ। ਵਿੱਚ ਸ਼ਕਤ ਸਿਵ ਵਾਸਾ, ਇਸ ਸ੍ਰਿਸ਼ਟੀ ਵਿੱਚ ਸ਼ਕਤ ਸ਼ਕਤੀ ਤੋਂ ਭਾਵ ਮਾਇਆ, ਤੇ ਸ਼ਿਵ ਤੋਂ ਭਾਵ ਹੈ ਪਰਮੇਸ਼ਰ। ਮਾਇਆ ਬ੍ਰਹਮ ਰਮੈ ਸਭ ਸੰਗ। ਇਸ ਸ੍ਰਿਸ਼ਟੀ ਵਿੱਚ ਮਾਇਆ ਵੀ ਤੇ ਸ਼ਿਵ ਪਰਮੇਸ਼ਰ ਦਾ ਵੀ ਵਾਸਾ ਹੈ। ਮਾਇਆ ਤੇ ਪਰਮੇਸ਼ਰ ਦੋਵੇਂ ਸਾਡੇ ਸਰੀਰ ਵਿੱਚ ਤੇ ਸਾਰੇ ਸੰਸਾਰ ਵਿੱਚ ਵਸ ਰਹੇ ਹਨ। ਸ਼ਕਤੀ ਕਿਨੈ ਨਾ ਪਾਇਓ, ਫਿਰ ਜਨਮ ਬਿਨਾਸਾ। ਗਰੀਬ ਨਿਵਾਜ ਸਤਿਗੁਰੂ ਜੀ ਫਰਮਾਉਂਦੇ ਨੇ, ਜਿਹੜੇ ਸ਼ਕਤੀ ਤੋਂ ਭਾਵ ਹੈ ਮਾਇਆ ਦੇ ਉਪਾਸ਼ਕ ਨੇ, ਜਿਹੜੇ ਮਾਇਆ ਦੇ ਨਾਲ ਜੁੜੇ ਹੋਏ ਸਾਕਤ ਪੁਰਸ਼ ਨੇ, ਉਹਨਾਂ ਨੇ ਕਿਸੇ ਨੇ ਵੀ ਉਹ ਸ਼ਿਵ ਪਰਮੇਸ਼ਰ ਨੂੰ ਪ੍ਰਾਪਤ ਨਹੀਂ ਕੀਤਾ। ਮਾਇਆ ਦੇ ਪਿੱਛੇ ਜਿਹੜੇ ਲੋਕ ਲੱਗੇ ਹੋਏ ਨੇ, ਸ਼ਕਤੀ ਦੇ ਉਪਾਸ਼ਕ ਉਹਨਾਂ ਨੂੰ ਕਿਹਾ ਜਾਂਦਾ, ਉਹਨਾਂ ਨੂੰ ਸਾਕਤ ਵੀ ਉਹਨਾਂ ਨੂੰ ਕਿਹਾ ਜਾਂਦਾ। ਅੰਮ੍ਰਿਤ ਕੌਰਾ ਵਿਖਿਆ ਮੀਠੀ, ਸਾਕਤ ਕੀ ਬਿਧ ਨੈਨੋ ਡੀਠੀ। ਸ਼ਕਤੀ ਕਿਨਾਂ ਨਾ ਪਾਇਓ, ਜਿਹੜੇ ਮਾਇਆ ਦੇ ਨਾਲ ਮੋਹ ਕਰਦੇ ਨੇ ਤੇ ਉਹਨਾਂ ਨੇ ਕਿਸੇ ਨੇ ਵੀ ਪਰਮੇਸ਼ਰ ਨੂੰ ਪ੍ਰਾਪਤ ਨਹੀਂ ਕੀਤਾ। ਮਰ ਜਨਮ ਬਿਨਾਸਾ, ਬਲਕਿ ਉਹ ਮਰ ਕੇ ਜੰਮਦੇ ਮਰਦੇ ਰਹਿੰਦੇ ਨੇ, ਉਹਨਾਂ ਦਾ ਜਨਮ ਮਰਨ ਕਦੀ ਵੀ ਨਾਸ ਨਹੀਂ ਹੁੰਦਾ। ਗੁਰ ਸੇਵਿਐ ਸ਼ਾਂਤ ਪਾਈਐ, ਜਪ ਸਾਸ ਗਿਰਾਸਾ। ਫਿਰ ਮਹਾਰਾਜ ਆਤਮਕ ਸ਼ਾਂਤੀ ਉਹ ਕਿਵੇਂ ਪ੍ਰਾਪਤ ਹੋ ਸਕਦੀ ਹੈ? ਹਜ਼ੂਰ ਕਹਿੰਦੇ ਸਭ ਤੋਂ ਪਹਿਲੀ ਗੱਲ ਗੁਰ ਸੇਵਿਐ, ਗੁਰੂ ਦੀ ਸੇਵਾ ਕਰਨੀ ਚਾਹੀਦੀ ਹੈ। ਸਤਿਗੁਰ ਕੀ ਸੇਵਾ ਸਫਲ ਹੈ ਜੀ ਕੋ ਕਰੇ ਚਿਤ ਲਾਏ। ਗੁਰੂ ਦੀ ਸੇਵਾ ਕਰਨ ਦੇ ਨਾਲ ਤੇ ਨਾਲ ਜਪ ਸਾਸ ਗਿਰਾਸਾ, ਆਉਂਦੇ ਜਾਂਦੇ ਸਵਾਸਾਂ ਦੇ ਨਾਲ ਵਾਹਿਗੁਰੂ 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 ਦਾ ਸਿਮਰਨ ਕਰੋ। ਫਿਰ ਕੀ ਹੋਵੇਗਾ? ਗੁਰੂ ਦੀ ਸੇਵਾ ਤੇ ਸਵਾਸ ਗ੍ਰਾਸ ਸਿਮਰਨ ਕਰਕੇ ਸ਼ਾਂਤ ਪਾਈਏ ਤੇ ਆਤਮਿਕ ਸ਼ਾਂਤੀ ਸਾਨੂੰ ਉਪਲਬਧ ਹੁੰਦੀ ਹੈ। ਗੁਰੂ ਦੀ ਸੇਵਾ ਦੇ ਨਾਲ ਗੁਰੂ ਦਾ ਆਸ਼ੀਰਵਾਦ ਮਿਲ ਜਾਂਦਾ ਤੇ ਫਿਰ ਸਵਾਸ ਗ੍ਰਾਸ ਸਿਮਰਨ ਦੀ ਦਾਤ ਪ੍ਰਾਪਤ ਹੁੰਦੀ ਹੈ। ਫਿਰ ਆਤਮਿਕ ਸ਼ਾਂਤੀ ਵੀ ਪ੍ਰਾਪਤ ਹੋ ਜਾਂਦੀ ਹੈ। ਸਿਮਰਤ ਸਾਸਤ ਸੋਧ ਦੇਖ, ਊਤਮ ਹਰਿ ਦਾਸਾ। ਗਰੀਬ ਨਿਵਾਜ ਸਤਿਗੁਰੂ ਜੀ ਫਰਮਾਉਂਦੇ ਨੇ, 27 ਸਿਮਰਤੀਆਂ ਤੇ ਜਿਹੜੇ ਖਟ ਸ਼ਾਸਤਰ ਨੇ, ਧਰਮ ਗ੍ਰੰਥ ਨੇ, ਉਹਨਾਂ ਨੂੰ ਸੋਧ ਕੇ ਦੇਖੋ, ਉਹਨਾਂ ਵਿੱਚ ਕੀ ਲਿਖਿਆ ਹੋਇਆ ਹੈ। ਊਤਮ ਹਰਿ ਦਾਸਾ, ਜਿਹੜੇ ਵਾਹਿਗੁਰੂ ਦੇ ਦਾਸ ਨੇ, ਉਹ ਸਭ ਤੋਂ ਉੱਤਮ ਸ੍ਰੇਸ਼ਟ ਨੇ। ਪੰਡਤ ਸੂਰ ਛਤਰ ਪਤ ਰਾਜਾ, ਭਗਤ ਬਰਾਬਰ ਔਰ ਨਾ ਕੋਈ। ਭਗਤਾਂ ਦਾ ਰੁਤਬਾ ਸਭ ਤੋਂ ਉੱਚਾ ਹੈ। ਇਸੇ ਲਈ ਹਜ਼ੂਰ ਕਹਿੰਦੇ ਸਿਮਰਤੀਆਂ ਸ਼ਾਸਤਰਾਂ ਨੂੰ ਸੋਧ ਕੇ ਵਿਚਾਰ ਕੇ ਨਿਰਣਾ ਕਰਕੇ ਦੇਖ ਲਵੋ। ਤੇ ਉਹ ਵੀ ਇਹ ਗੱਲ ਕਹਿੰਦੇ ਨੇ, ਜਿਹੜੇ ਨਾਮ ਜਪਣ ਵਾਲੇ, ਸਵਾਸ ਗ੍ਰਾਸ ਸਿਮਰਨ ਕਰਨ ਵਾਲੇ ਵਾਹਿਗੁਰੂ ਦੇ ਪਿਆਰੇ, ਉਹ ਸਭ ਤੋਂ ਉੱਤਮ ਨੇ, ਉੱਚੇ ਦਰਜੇ ਦੇ ਮਾਲਕ ਨੇ। ਜਿਨ੍ਹਾਂ ਸਾਸ ਗ੍ਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇ ਸਈ ਨਾਨਕਾ ਪੂਰਨ ਸੋਈ ਸੰਤ। ਪੂਰਨ ਸੰਤ ਉਹੀ ਹੈ ਜਿਹੜਾ ਸਵਾਸ ਗ੍ਰਾਸ ਸਿਮਰਨ ਕਰਦਾ ਹੈ। ਨਾਨਕ ਨਾਮ ਬਿਨਾ ਕੋ ਥਿਰ ਨਹੀਂ, ਨਾਮੇ ਬਲ ਜਾਸਾ। ਗਰੀਬ ਨਿਵਾਜ ਸਤਿਗੁਰੂ ਜੀ ਫਰਮਾਉਂਦੇ ਨੇ, ਇਸ ਗੱਲ ਨੂੰ ਚੰਗੀ ਤਰ੍ਹਾਂ ਮਨ ਵਿੱਚ ਵਸਾ ਲਵੋ। ਵਾਹਿਗੁਰੂ ਤੇ ਨਾਮ ਤੋਂ ਬਿਨਾਂ ਹੋਰ ਕੋਈ ਸਿਰ ਰਹਿਣ ਵਾਲੀ ਕੋਈ ਵਸਤੂ ਵੀ ਨਹੀਂ ਹੈ। ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ, ਕੂੜ ਮੰਡਪ, ਕੂੜ ਮਾੜੀ, ਕੂੜ ਬੈਸਨਹਾਰ। ਨਾਮ ਤੋਂ ਬਿਨਾਂ ਕੋਈ ਹਮੇਸ਼ਾ ਕਾਇਮ ਰਹਿਣ ਵਾਲੀ ਕੋਈ ਚੀਜ਼ ਨਹੀਂ ਹੈ। ਇਸੇ ਲਈ ਹਜ਼ੂਰ ਕਹਿੰਦੇ, ਜਿਹੜਾ ਨਾਮ ਜਪਦਾ ਹੈ ਉਹੀ ਪਰਮੇਸ਼ਰ ਦਾ ਦਾਸ ਹੈ। ਉਹਦਾ ਰੁਤਬਾ ਸਭ ਤੋਂ ਉੱਤਮ ਹੈ, ਸਰਵੋਤਮ ਹੈ। ਤੇ ਨਾਮੇ ਬਲ ਜਾਸਾ, ਤੇ ਅਸੀਂ ਨਾਮ ਤੋਂ ਹੀ ਬਲਿਹਾਰ ਜਾਂਦੇ ਹਾਂ। ਕਿਉਂ? ਨਾਮ ਜਪ ਕੇ ਹੀ
ਸੰਤ ਬਣਿਆ ਜਾਂਦਾ ਹੈ, ਨਾਮ ਜਪ ਕੇ ਹੀ ਬ੍ਰਹਮ ਗਿਆਨੀ ਬਣਿਆ ਜਾਂਦਾ ਹੈ। ਅਤੇ ਨਾਮ ਦੇ ਨਾਲ ਹੀ ਨਾਮੀ ਦੀ ਅਭੇਦਤਾ ਹੁੰਦੀ ਹੈ। ਇਸੇ ਲਈ ਅਸੀਂ ਨਾਮ ਤੋਂ ਬਲਿਹਾਰ ਜਾਂਦੇ ਹਾਂ। ਵੱਡਾ ਸਾਹਿਬ ਉੱਚਾ ਥਾਂ, ਉੱਚੇ ਉੱਪਰ ਉੱਚਾ ਨਾਮ। ਉਹ ਵਾਹਿਗੁਰੂ ਵੱਡਾ ਸਾਹਿਬ ਹੈ, ਜਿੱਥੇ ਉਹ ਰਹਿੰਦਾ ਥਾਂ ਬੜਾ ਉੱਚਾ ਹੈ। ਅਤ ਉੱਚਾ ਤਾਂਕਾ ਦਰਬਾਰਾ। ਉਸ ਉੱਚੇ ਥਾਂ 'ਤੇ ਜਾਣ ਲਈ ਵਾਹਿਗੁਰੂ ਦਾ ਨਾਮ ਹੀ ਉੱਚਾ ਸਾਧਨ ਹੈ। ਨਾਮ ਉਹ ਪੌੜੀ ਹੈ ਜਿਸ ਰਾਹੀਂ ਅਸੀਂ ਵਾਹਿਗੁਰੂ ਦੇ ਸੱਚਖੰਡ ਵਿੱਚ ਜਾ ਸਕਦੇ ਹਾਂ। ਸੱਚਖੰਡ ਵਸੈ ਨਿਰੰਕਾਰ। ਹੋਰ ਸਾਰੇ ਸਾਧਨ ਅਧੂਰੇ ਨੇ। ਇਸੇ ਲਈ ਹਜ਼ੂਰ ਕਹਿੰਦੀ ਅਸੀਂ ਨਾਮ ਤੋਂ ਬਲਿਹਾਰ ਜਾਂਦੇ ਹਾਂ। ਇੱਥੇ 2 ਸ਼ਲੋਕਾਂ 'ਤੇ ਪੌੜੀ ਦੀ ਕਥਾ ਸਮਾਪਤ ਹੋਈ ਹੈ ਅਤੇ ਹੁਣ ਇੱਥੇ ਹੀ ਆਪਾਂ ਇਸ ਵਿਚਾਰ ਨੂੰ ਸਮਾਪਤ ਕਰਦੇ ਹਾਂ। ਸਾਰੀ ਸੰਗਤ ਦਾ, ਸਮੂਹ ਪ੍ਰਬੰਧ ਦਾ, ਸਾਰੇ ਸੇਵਾਦਾਰਾਂ ਦਾ ਬਹੁਤ ਬਹੁਤ ਧੰਨਵਾਦ। ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ। ਅਤੇ ਹੁਣ 2 ਪੰਕਤੀਆਂ ਸਰਵਣ ਕਰੋ ਅਤੇ ਸਮਾਪਤੀ ਹੋਵੇਗੀ। ਸਿਮਰਤ ਸਾਸਤ ਸੋਧ ਦੇਖ, ਊਤਮ ਹਰਿ ਦਾਸਾ। ਨਾਨਕ ਨਾਮ ਬਿਨਾ ਕੋ ਥਿਰ ਨਹੀਂ, ਨਾਮੇ ਬਲ ਜਾਸਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਬਦਭਾਗੇ ਹੋ ਜੋ ਸੰਧਿਆ ਦੇ ਦੀਵਾਨਾਂ ਦੀ ਹਾਜ਼ਰੀ ਭਰ ਰਹੇ ਹੋ। ਔਰ ਐਸੇ ਮੌਕੇ ਵਾਰ-ਵਾਰ ਨਹੀਂ ਮਿਲਦੇ। ਮਹਾਂਪੁਰਸ਼ ਭਾਈ ਅਵਤਾਰ ਸਿੰਘ ਜੀ ਹੁਣਾਂ ਦੇ ਮੁਖਾਰਬਿੰਦ ਤੋਂ ਆਪਾਂ ਸ਼ਬਦ ਦੀ ਵਿਚਾਰ ਸਰਵਣ ਕਰ ਰਹੇ ਸੀ। ਬੜੇ ਹੀ ਸੁੰਦਰ ਤਰੀਕੇ ਨਾਲ ਉਹਨਾਂ ਨੇ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਕਿਸ ਤਰ੍ਹਾਂ ਪਹਿਲਾਂ ਗੁਰਮੁਖ ਬਣ ਕੇ ਹੀ ਗੁਰਬਾਣੀ ਨੂੰ ਅਸੀਂ ਸਮਝ ਸਕਦੇ ਹਾਂ। ਸੋ ਇਸੇ ਤਰ੍ਹਾਂ ਉਹਨਾਂ ਨੇ ਵੀਰਵਾਰ, ਸ਼ੁੱਕਰਵਾਰ, ਸ਼ਨਿਚਰਵਾਰ ਸੰਧਿਆ ਦੇ ਟਾਈਮ 7 ਤੋਂ 8 ਵਜੇ ਕਥਾ ਕਰਨਗੇ ਅਤੇ ਐਤਵਾਰ ਨੂੰ ਸਵੇਰ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰਨਗੇ। ਇਸ ਵੀਕਐਂਡ 'ਤੇ ਸੰਤ ਬਰਿਆਮ ਸਿੰਘ ਜੀ ਧੂੜਕੋਟ ਵਾਲੇ, ਉਹਨਾਂ ਦੀ ਬਰਸੀ ਪੂਰੀ ਸੰਗਤ ਬੜੇ ਚਾਵਾਂ ਦੇ ਨਾਲ ਮਨਾ ਰਹੀ ਹੈ। ਸਾਰੀਆਂ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਗੁਰੂ ਘਰ ਆਉਣ ਦੀ ਕਿਰਪਾਲਤਾ ਕਰੋ। ਗੁਰੂ ਪਿਆਰਿਓ, ਮੀਡੀਆ ਦਾ ਯੁੱਗ ਹੈ। ਠੀਕ ਹੈ, ਅਸੀਂ ਘਰਾਂ ਦੇ ਵਿੱਚ ਸੁਣਦੇ ਹਾਂ, ਪਰ ਜੋ ਸੰਗਤ ਦੇ ਵਿੱਚ ਗੁਰੂ ਦੇ ਦਰਬਾਰ ਦੇ ਵਿੱਚ ਆਣ ਕੇ ਕਥਾ ਕਹਾਣੀਆਂ ਸੁਣਨੀਆਂ, ਉਹਦਾ ਫਲ ਕੁਛ ਵੱਖਰਾ ਹੀ ਹੈ। ਸੋ ਸਾਰਿਆਂ ਦੇ ਚਰਨਾਂ 'ਚ ਬੇਨਤੀ ਹੈ ਕਿ ਹੁਮ ਹਮਾ ਕੇ ਗੁਰੂ ਘਰ ਪਹੁੰਚਣ ਦੀ ਕਿਰਪਾਲਤਾ ਕਰੋ। ਇਸ ਭਾਗੇ ਸਮੇਂ ਵਾਰ-ਵਾਰ ਨਹੀਂ ਪ੍ਰਾਪਤ ਹੁੰਦੇ। ਸੋ ਹੁਣ ਆਨੰਦ ਸਾਹਿਬ ਜੀ, ਭਾਈ ਸਾਹਿਬ ਜੀ ਆਨੰਦ ਸਾਹਿਬ ਪੜ੍ਹਨਗੇ। ਉਪਰੰਤ ਸਾਰਿਆਂ ਦੇ ਚਰਨਾਂ 'ਚ ਬੇਨਤੀ ਹੈ ਇਸੇ ਤਰ੍ਹਾਂ ਗੁਰੂ ਘਰ ਆਉਂਦੇ ਰਹੋ ਔਰ ਗੁਰੂ ਦੀਆਂ ਖੁਸ਼ੀਆਂ